ਹਾਂਜੀ ਦੋਸਤੋ, ਮੈਂ ਰਾਣਾ ਪਰਮਜੋਤ। ਤਰੀਕ ਅੱਜ 7 ਅਪ੍ਰੈਲ ਸਾਲ 2021 ਤੇ ਵਿਸ਼ਾ ਹੈਗਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ, ਇਹਦੀ ਸਰਕਾਰ ਦੀ ਕਾਰਗੁਜ਼ਾਰੀ ਤੇ ਦਾਅਵੇ, ਦੋਵਾਂ ਦੇ ਉੱਤੇ ਗੱਲਬਾਤ ਕਰਾਂਗੇ। ਇੱਕ ਕਿਸੇ ਸੱਜਣ ਨੇ ਮੈਨੂੰ ਇਹ ਪੋਸਟ ਭੇਜੀ ਸੀਗੀ, ਪੋਸਟਰ ਭੇਜਿਆ ਸੀ ਰਾਦਰ WhatsApp ਦੇ ਉੱਤੇ। ਪੋਸਟਰ ਹੈਗਾ, ਮੈਂ ਆਮ ਆਦਮੀ ਪਾਰਟੀ ਦੇ ਜਿਹੜਾ ਅਫੀਸ਼ੀਅਲ ਫੇਸਬੁੱਕ ਪੇਜ ਜਾਂ ਵੈਰੀਫਾਈਡ ਫੇਸਬੁੱਕ ਪੇਜ ਹੈਗਾ ਆਮ ਆਦਮੀ ਪਾਰਟੀ ਪੰਜਾਬ, ਉਹਦੇ 'ਤੇ ਜਾਣਾ ਹੈ। ਇਹੀ ਪੋਸਟਰ ਉਹਨਾਂ ਨੇ ਮੈਨੂੰ ਭੇਜਿਆ ਸੀਗਾ। ਇਹ ਫਾਰਵਰਡ ਹੋ ਰਿਹਾ ਦਵਾ ਦਵ, ਅੰਨ੍ਹੇਵਾਹ ਇਹ ਸੋਸ਼ਲ ਮੀਡੀਆ ਤੇ ਫਾਰਵਰਡ ਹੋ ਰਿਹਾ ਹੈ, WhatsApp ਦੇ ਉੱਤੇ। ਫੇਸਬੁੱਕ 'ਤੇ ਤਾਂ ਇਹਨਾਂ ਨੇ ਪਾਏ ਦਿੱਤੀ ਹੈ। ਇਹ ਅਫੀਸ਼ੀਅਲ ਪੇਜ ਹੈ ਜੀ, ਵੈਰੀਫਾਈਡ ਪੇਜ ਹੈ, ਬਲੂ ਚੱਕ ਮਾਰਕ ਆ, ਤੁਸੀਂ ਦੇਖ ਸਕਦੇ ਹੋ। ਤੇ ਪੋਸਟ ਪਾਈ ਆ ਜਿਨ੍ਹਾਂ ਨੇ 4 ਘੰਟੇ ਹੋ ਗਏ। ਇਹ ਹੁੰਦੀ ਹੈ ਇਮਾਨਦਾਰੀ। ਪੰਜਾਬ ਵਿੱਚ ਆਪ ਸਰਕਾਰ ਬਣਨ ਤੋਂ ਬਾਅਦ ਪਹਿਲੇ ਪੰਦਰਵਾੜੇ ਵਿੱਚ ਹੀ ਟੈਕਸ ਵਸੂਲੀ ਵਿੱਚ 30% ਵਾਧਾ ਹੋਇਆ। ਪੰਦਰਵਾੜਾ ਹੁੰਦਾ ਜੀ 15 ਦਿਨ, ਜਾਣੀ ਮਹੀਨੇ ਨੂੰ 2 ਹਿੱਸਿਆਂ 'ਚ ਆਪਾਂ ਵੰਡ ਲਈਏ ਤੇ 15 ਦਿਨ, ਵੀ 15 ਦਿਨ ਦੇ ਵਿੱਚ ਹੀ ਟੈਕਸ ਵਸੂਲੀ ਦੇ ਵਿੱਚ 30% ਵਾਧਾ ਹੋਇਆ। ਖਬਰ ਦਾ ਟਾਈਟਲ ਲਾਇਆ ਹੋਇਆ, ਇੱਕ ਅਖਬਾਰ ਨੇ ਇਹ ਖਬਰ ਕੀਤੀ ਸੀਗੀ, ਹਿੰਦੀ ਦਾ ਅਖਬਾਰ ਆ ਅਮਰ ਉਜਾਲਾ। ਆਪਾਂ ਅਖਬਾਰ ਤੇ ਵੀ ਜਾਵਾਂਗੇ। ਮਾਨ ਸਾਹਿਬ ਦੀ ਇਹਨਾਂ ਨੇ ਚਲੋ ਆਪਣੇ ਕੋਲੋਂ ਰੰਗ ਰੋਗਨ ਸੁਰਖੀ ਬਿੰਦੀ ਲਾਈ ਆ। ਬੇਸਿਕਲੀ ਆ ਖਬਰ ਹੈ ਜਿਹੜੀ ਤੁਸੀਂ ਹਿੰਦੀ 'ਚ ਪੜ੍ਹ ਰਹੇ ਹੋ, ਬਾਕੀ ਸਾਰਾ ਪੰਜਾਬੀ 'ਚ ਇਹਨਾਂ ਨੇ ਆਪ ਰੰਗ ਰੋਗਨ ਲਾਇਆ ਔਰ ਟੋਟਲੀ ਲੋਕਾਂ ਨੂੰ ਇਹ ਬੇਵਕੂਫ ਬਣਾ ਰਹੇ ਹੈਗੇ ਨੇ। ਕਿੱਦਾਂ ਬਣਾ ਰਹੇ ਨੇ ਉਹ ਮੈਂ ਅੱਗੇ ਜਾ ਕੇ ਕਲੀਅਰ ਕਰਦਾ ਹਾਂ। ਥੋੜਾ ਜਿਹਾ ਮੈਨੂੰ ਵੀ ਖਬਰ ਸਮਝਣ ਨੂੰ ਟਾਈਮ ਲੱਗਿਆ। ਖਬਰ ਵੀ ਕੋਈ ਬੜੇ ਤਰੀਕੇ ਨਾਲ ਨਹੀਂ ਲਿਖੀ ਹੋਈ ਜਿਹਨੇ ਵੀ ਲਿਖੀ ਹੈ। ਤੇ ਖਬਰ ਦੇ ਟਾਈਟਲ ਦੇ ਵਿੱਚ ਵੀ ਇਹਨੇ ਕਿਤੇ ਵੀ ਭਗਵੰਤ ਮਾਨ ਦੀ ਸਰਕਾਰ ਦਾ ਜ਼ਿਕਰ ਵੀ नहीं ਕੀਤਾ। खैर, ਜਿਹੜਾ खबर का टाइटल है, एक पखवाड़े में ही पंजाब में कर वसूली में 30% इजाफा। ठीक है जी। हालांकि ये खबर गड़बड़ ਇਹ 'ਚ ਵੀ ਥੋੜੀ ਜਿਹੀ ਹੈਗੀ ਆ, ਮੈਨੂੰ ਹੁਣ ਇਹ ਲੱਗ ਰਿਹਾ। ਅੱਗੇ ਆਪਾਂ ਡਿਸਕਸ ਕਰਦੇ ਹਾਂ ਅੱਗੇ। ਜੇ ਵਧੀਆ ਹੋਇਆ ਤੇ ਬਹੁਤ ਵਧੀਆ ਗੱਲ ਆ। ਸਰਦਾਰ ਭਗਵੰਤ ਮਾਨ ਦੀ ਸਰਕਾਰ ਨੇ ਰਿਕਾਰਡ ਕਾਇਮ ਕਰਦਿਆਂ 24,772 ਰੁਪਏ ਦਾ ਟੈਕਸ ਵਸੂਲਿਆ। ਇਹ ਕੋਰਾ ਝੂਠ ਹੈ ਜੀ। ਇਹ ਜਿਹੜਾ ਆ ਥੱਲੇ ਵਾਲਾ ਨਾ ਰਿਕਾਰਡ ਕਾਇਮ ਕੀਤਾ ਵੀ 24,772 ਕਰੋੜ ਰੁਪਏ ਦਾ ਟੈਕਸ ਵਸੂਲਿਆ, ਇਹ ਬਿਲਕੁਲ ਝੂਠ ਹੈ। ਹੁਣ ਜੇ 15 ਦਿਨਾਂ ਦੇ ਵਿੱਚ, ਹੁਣ ਦਿਮਾਗ ਦੇ ਵਿੱਚ ਖਬਰ ਕੀ ਆਉਂਦੀ ਹੈ, ਪੰਦਰਵਾੜਾ ਮੀਨਸ 15 ਦਿਨਾਂ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਨੇ 24,772 ਕਰੋੜ ਦਾ ਟੈਕਸ ਵਸੂਲਿਆ। ਯਾਨੀ ਜੇ 15 ਦਿਨਾਂ ਦੇ ਵਿੱਚ ਤੁਸੀਂ 24,000, ਆਪਾਂ 25,000 ਲਾ ਲਈਏ, ਮੁੱਕਦੀ ਜੀ ਗੱਲ। 25,000 ਜਿਹੜਾ ਹੈਗਾ ਆ, ਤੇ ਪੰਦਰਵਾੜੇ ਕਿੰਨੇ ਹੁੰਦੇ ਨੇ ਸਾਲ ਦੇ ਵਿੱਚ? 24। 25,000 ਨੂੰ ਤੁਸੀਂ 25,000 ਕਰੋੜ ਆ ਤੇ 24 ਪੰਦਰਵਾੜੇ ਨੇ। ਇਹ ਹਿਸਾਬ ਨਾਲ ਤਾਂ ਜਿਹੜਾ ਪੰਜਾਬ ਦਾ ਹੋਣਾ ਟੋਟਲ ਕਰ ਵਸੂਲ ਲੈਣਾ ਭਗਵੰਤ ਮਾਨ ਸਾਹਿਬ ਨੇ, ਅਗਰ ਇਸੇ ਸਪੀਡ ਦੇ ਨਾਲ ਚੱਲੇ, 25,000 ਕਰੋੜ ਗੁਣਾ ਪੰਦਰਵਾੜੇ ਹੋ ਗਏ ਸਾਲ 'ਚ, ਕਿਉਂਕਿ ਮਹੀਨੇ 12 ਤੇ 12 ਮਹੀਨਿਆਂ ਨੂੰ 2 ਨਾਲ ਡਿਵਾਈਡ ਕਰ ਲਓ ਤੁਸੀਂ, ਤੇ 24 ਹੋ ਗਏ ਜੀ ਗੁਣਾ 24 ਪੰਦਰਵਾੜੇ, ਤੇ ਇਹ ਰਕਮ ਬਣ ਜਾਂਦੀ ਹੈਗੀ ਜੀ ਤੁਹਾਡੀ 6 ਲੱਖ ਕਰੋੜ। ਜਿਹੜੇ ਹਿਸਾਬ ਨਾਲ ਇਹ ਦਾਅਵਾ ਕੀਤਾ ਗਿਆ ਇੱਥੇ ਵੀ 15 ਦਿਨਾਂ ਦੇ ਵਿੱਚ ਹੀ, ਜਾਣੀ ਕਿ ਇਸ ਤਰੀਕੇ ਨਾਲ ਖਬਰ ਲੱਗਦੀ ਹੈ ਵੀ 15 ਦਿਨਾਂ ਦੇ ਵਿੱਚ 25,000 ਕਰੋੜ ਦਾ ਟੈਕਸ ਵਸੂਲਿਆ ਭਗਵੰਤ ਮਾਨ ਸਰਕਾਰ ਨੇ। ਬਿਲਕੁਲ ਝੂਠ ਆ। ਭਗਵੰਤ ਮਾਨ ਦੀ ਤਾਂ ਮੈਂ ਰਗ ਰਗ ਤੋਂ ਵਾਕਫ ਆ, ਜਾਣੀ ਜਿਹਨੂੰ ਮੈਂ ਅਕਸਰ ਕਹਿਣਾ ਹੁੰਦਾ ਵੀ ਜਿਹੜੀ ਦਾਈ ਹੁੰਦੀ ਆ ਉਹਦੇ ਤੋਂ ਢਿੱਡ ਨਹੀਂ ਲੁਕਦਾ। ਤੇ ਇਹ ਬੰਦਾ ਕਿੱਦਾਂ ਆਇਆ ਪਾਰਟੀ ਦੇ ਵਿੱਚ, ਕੀ ਕੁਛ ਕੀਤਾ ਇਹਨੇ ਆ ਕੇ। 2014 ਦੀ ਮੈਂ ਗੱਲ ਕਰ ਰਿਹਾ, ਲੋਕ ਸਭਾ ਚੋਣਾਂ ਦੀ। ਤੇ ਬਾਕੀ ਇੱਕ ਔਰ ਇੱਕ 11, ਇੱਕ ਹੈਗਾ ਨਾ ਅਖਾਣ, ਇੱਕ ਔਰ ਇੱਕ 11, ਜਾਣੀ ਕਿ ਇੱਧਰੋਂ ਇਹ ਹੋ ਗਿਆ ਹੁਣ ਭਗਵੰਤ ਮਾਨ, ਉੱਧਰੋਂ ਕੇਜਰੀਵਾਲ ਆ। ਦੋਹੇ ਸੋਸ਼ਲ ਮੀਡੀਆ ਦੇ ਉੱਤੇ ਮੀਨਸ ਰੱਜ ਕੇ, ਤੀਜਾ ਮੋਦੀ ਇਹਨਾਂ ਤੋਂ ਵੱਡਾ, 111 ਕਹਿ ਲਈ ਉਹਨੂੰ। ਜਾਣੀ ਸਾਰੀ ਇਹ ਝੂਠੀ ਗੁੰਮਰਾਹ ਕਰਨ ਐਡਵਰਟਾਈਜ਼ਮੈਂਟ ਆ। ਜਾਣੀ ਕਿ ਮਾਨ ਸਾਹਿਬ, ਅਗਰ ਤੁਸੀਂ ਭਗਵੰਤ ਮਾਨ ਦੀ ਸਰਕਾਰ, ਤਾਂ ਜਮਾ ਹੀ ਗਲਤ ਹੈ ਨਾ ਵੀ ਭਗਵੰਤ ਮਾਨ ਦੀ ਸਰਕਾਰ ਨੇ 24,772 ਕਰੋੜ ਟੈਕਸ ਵਸੂਲਤਾ 15 ਦਿਨਾਂ ਦੇ ਵਿੱਚ। ਇਹ ਹਿਸਾਬ ਨਾਲ ਤਾਂ ਪੰਜਾਬ ਦਾ ਟੈਕਸ ਤੁਸੀਂ ਵਸੂਲ ਦੇਣਾ ਆ 6 ਲੱਖ ਕਰੋੜ, ਤੇ 6 ਲੱਖ ਕਰੋੜ ਤਾਂ ਪੰਜਾਬ ਦੀ GDP ਹੈ ਸਾਰੀ, ਜਿਹਦੇ ਵਿੱਚੋਂ ਪੰਜਾਬ ਦੀ GDP ਦੇ ਵਿੱਚ ਖੇਤੀਬਾੜੀ ਤੇ 70-80 ਹਜ਼ਾਰ ਕਰੋੜ ਆ ਜਾਂਦਾ, ਉਹਦੇ ਤੇ ਇੱਕ ਵੀ ਟੈਕਸ ਨਹੀਂਗਾ ਹੈ। 5 ਲੱਖ ਕਰੋੜ ਦੀ GDP ਹੈ ਜਿਹਦੇ ਤੇ ਤੁਸੀਂ ਟੈਕਸ ਲਾਉਨੇ ਹੋ, ਤੇ ਜਿਹੜੀ ਤੁਸੀਂ ਟੋਟਲ GDP ਦੇ ਉੱਤੇ ਜਿੰਨੀ GDP ਹੈ ਉਨਾ ਹੀ ਤੁਸੀਂ ਟੈਕਸ ਲਾਤਾ, ਜਾਨੀ 100% ਹੈ, ਵੱਧੇ ਲਾਤਾ ਉਹਦੇ ਨਾਲੋਂ। 5 ਲੱਖ ਕਰੋੜ ਦੀ ਸਟੇਟ ਦੀ GDP ਹੈ ਤੇ 6 ਲੱਖ ਕਰੋੜ ਤੁਸੀਂ ਟੈਕਸ ਵਸੂਲ ਲੈਣਾ ਆ। ਬੇਵਕੂਫ ਬਣਾਇਆ ਜਾ ਰਿਹਾ ਸ਼ਰੇਆਮ। ਗੁੰਮਰਾਹ ਕਰਨ ਇਹਨਾਂ ਦਾ ਪ੍ਰਚਾਰ ਹੋਣਾ, ਪਰ ਆਪਾਂ ਬੈਠੇ ਹਾਂ, ਉਹ ਵੱਖਰੀ ਗੱਲ ਹੈ। ਇਹਨਾਂ ਵੀ ਆਪਣਾ ਫੇਸਬੁੱਕ ਪੇਜ, ਮੈਂ ਆਪਣੇ ਬਾਰੇ ਵੀ ਦੱਸਦੇ ਹਾਂ, ਬਹੁਤ ਸੋਹਣਾ ਫੇਸਬੁੱਕ ਪੇਜ ਚੱਲਦਾ ਸੀਗਾ। ਪਿਛਲੇ ਸਾਲ 26 ਨਵੰਬਰ ਨੂੰ 2021 ਵਾਲੇ ਦਿਨ ਉਹ ਪੇਜ ਮੇਰਾ ਹੈਕ ਹੋਇਆ ਤੇ ਉਹ ਦੁਬਾਰਾ ਰਿਸਟੋਰ ਹੋ ਹੀ ਨਹੀਂ ਸਕਿਆ। ਮੈਂ ਬਹੁਤ ਕੋਸ਼ਿਸ਼ ਕਰ ਲਈ ਜੀ ਉਹਨੂੰ। ਉਹ ਤੋਂ ਬਾਅਦ ਇੱਕ ਅਕਾਊਂਟ ਹੈਗਾ ਆ, ਪਰ ਉਹ ਅਕਾਊਂਟ ਜਾ ਕੇ ਜਿਹੜਾ ਪੇਜ ਮੈਂ ਬਣਾਇਆ ਸੀਗਾ ਉਹ ਹੈਕ ਹੋ ਗਿਆ ਜੀ।
ਔਰ ਉਹਦੇ ਤੇ ਬਹੁਤ ਸੋਹਣਾ ਰਿਸਪੌਂਸ ਮਿਲਦਾ ਸੀ। ਕੋਈ 48,000 ਸੱਜਣ ਜੁੜੇ ਸੀ। ਕਈ ਪੋਸਟਾਂ ਤਾਂ ਇਹੋ ਜਿਹੀਆਂ ਸੀਗੀਆਂ, ਵੀਡੀਓ ਪੋਸਟਾਂ, ਜਿਹੜੀਆਂ ਕਿ 5-5 6-6 ਲੱਖ ਤੱਕ ਵੀ ਉਹ ਜਾਂਦੀਆਂ ਸੀਗੀਆਂ। ਮੀਨਸ ਉਹ ਇਹਨਾਂ ਨੇ ਬੀਜੇਪੀ ਦੀ IT ਸੈੱਲ ਆ ਜਿਹਨੇ ਟਾਰਗੇਟ ਕੀਤਾ ਜੀ ਉਸ ਪੇਜ ਨੂੰ। ਹੁਣ ਇਹ ਵੀ ਨਾਲੇ ਵੀ ਟਾਰਗੇਟ ਪੂਰਾ ਕਰਨਗੇ। ਉਸ ਤੋਂ ਬਾਅਦ ਮੈਂ ਅਕਾਊਂਟ ਇੱਕ ਹੋਰ ਬਣਾਇਆ ਤਾਂ ਕਿ ਇੱਕ ਨਵਾਂ ਪੇਜ ਬਣਾਵਾਂ ਨਵੇਂ ਅਕਾਊਂਟ ਤੋਂ। ਉਹ ਮੇਰਾ ਜਿਹੜਾ ਅਕਾਊਂਟ ਇਹਨਾਂ ਨੇ ਬਲੌਕ ਕਰਤਾ ਜੀ ਫੇਸਬੁੱਕ ਨੇ 26 ਜਨਵਰੀ 2022 ਨੂੰ। 23 ਜਨਵਰੀ ਸੌਰੀ, ਇਹ 26 ਨਵੰਬਰ ਸੀਗਾ ਜਿਹੜਾ ਪੇਜ ਹੈਕ ਹੋਇਆ। 26 ਨਵੰਬਰ 23 ਜਨਵਰੀ 2022 ਨੂੰ ਨਵਾਂ ਅਕਾਊਂਟ ਰਾਣਾ ਪਰਮਜੋਤ PRMJOT ਮੈਂ ਲਿਖਿਆ ਸੀ ਉਹਦੇ ਤੇ, ਜਾਣੀ ਇਹ ਮਿਸ ਸੀਗਾ ਪਰਮ ਦੇ ਵਿੱਚ, ਉਹ ਹੈਕ ਹੋਇਆ, ਉਹ ਬਲੌਕ ਕੀਤਾ ਜੀ। ਫਿਰ ਮੈਂ ਅਕਾਊਂਟ ਬਣਾਇਆ ਸੀ, ਮਹੀਨਾ ਵੀ ਨਹੀਂ ਹੋਇਆ ਉਹਨੂੰ, ਅਸਲ ਵਿਰੋਧੀ ਧਿਰ ਨਾਂ ਦਾ ਅਕਾਊਂਟ ਬਣਾਇਆ ਸੀਗਾ। ਉਹਦੇ ਤੇ ਮੈਂ ਵੀਡੀਓ ਬਣਾ ਕੇ ਪਾਉਣੀ ਹੈ ਨਾ 3-4 ਤੇ, ਉਹ ਮੇਰਾ ਕੱਲ ਇਹਨਾਂ ਨੇ ਬਲੌਕ ਕਰਤਾ ਜੀ ਫੇਸਬੁੱਕ ਨੇ। ਸੋ ਇਹ ਹਾਲਾਤ ਨੇ। ਸੋ ਇਸ ਕਰਕੇ ਖਬਰ ਹੈ ਤਾਂ ਤੁਸੀਂ ਪਹੁੰਚਾਉਣੀ ਹੈ ਲੋਕਾਂ ਤੱਕ। ਆਪਾਂ ਕੋਈ ਦੋਖੀ ਨਹੀਂ ਗਏ, ਨਾ ਭਗਵੰਤ ਮਾਨ ਦੇ ਨਾ ਪੰਜਾਬ ਦੇ, ਪਰ ਝੂਠ ਨਹੀਂ ਚੱਲਣ ਦੇਣਾ ਤੁਹਾਡਾ। ਜਿੰਨਾ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਤੁਹਾਨੂੰ ਐਕਸਪੋਜ਼ ਕਰਨ ਦੀ ਉਹ ਕਰਾਂਗੇ। ਹੁਣ ਆਪਾਂ ਆਈਏ ਜੀ ਖਬਰ ਦੇ ਉੱਤੇ। ਖਬਰ ਹੈਗੀ ਹੈ ਜੀ ਇਹ ਅਮਰ ਉਜਾਲਾ ਦੀ ਖਬਰ ਹੈ ਜੀ, ਜਿਹੜੀ ਇਹਨਾਂ ਨੇ ਲਾਈ ਹੈਗੀ ਹੈ। ਮੈਂ ਖਬਰ ਥੋੜਾ ਜਿਹਾ ਟਫ ਹੈ ਖਬਰ ਨੂੰ ਸਮਝਣਾ ਵੀ। ਅਮਰ ਉਜਾਲਾ ਦੀ ਇਹ ਖਬਰ ਹੈ, ਤੁਸੀਂ ਪੇਜ ਦੇਖ ਸਕਦੇ ਹੋ। ਅਮਰ ਉਜਾਲਾ ਕਿਸ ਦਿਨ ਦੀ ਖਬਰ ਹੈਗੀ ਹੈ? 3 ਅਪ੍ਰੈਲ 2022 ਦੀ। ਅੱਜ 7 ਅਪ੍ਰੈਲ ਹੈ, 4-5 ਦਿਨ ਹੋ ਗਏ। ਪੰਚਕੂਲਾ ਬਿਊਰੋ, ਤੇ ਮੈਂ ਥੱਲੇ ਲੈ ਕੇ ਜਾਣਾ ਜੀ ਇਹਨੂੰ। ਲਓ ਜੀ, ਜਿਹੜੀ ਅਸਲ 'ਚ ਖਬਰ ਹੈ, ਤੁਸੀਂ ਬਾਕੀ ਪੜ੍ਹ ਲਿਓ। ਆਹ ਜਿਹੜੀ ਮੈਨੂੰ ਖਬਰ ਹੈ ਸਮਝ ਪੈਂਦੀ ਹੈ, ਹਾਲਾਂਕਿ ਬਹੁਤ ਜ਼ਿਆਦਾ ਖਬਰ ਕਲੀਅਰ ਨਹੀਂ ਕਰਦੀ ਕਿ ਸਿਚੁਏਸ਼ਨ ਨੂੰ ਵੀ ਕੀ ਹੈਗੀ ਹੈ ਗੱਲ। ਇਹ ਜਿਹੜੀ 24,000 ਕਰੋੜ ਇਹਨਾਂ ਨੇ ਭਗਵੰਤ ਮਾਨ ਉਹਨਾਂ ਨੇ ਜਿਹੜਾ ਦਾਅਵਾ ਕੀਤਾ, ਇੱਥੇ ਤਾਂ ਵੈਸੇ ਉਹ ਹੈ ਹੀ ਨਹੀਂ, ਰਕਮ ਹੀ ਨਹੀਂ ਹੈਗੀ 24,000 ਕਰੋੜ ਦੀ। ਇਹਨਾਂ ਨੇ 25,000 ਕਰੋੜ ਜਿਹੜਾ ਇਹਨਾਂ ਨੇ ਆਪਣੀ ਪੋਸਟ ਦੇ ਵਿੱਚ ਸ਼ੋਅ ਕੀਤਾ ਨਾ, ਮੈਂ ਕਿੰਨਾ ਸ਼ੋਅ ਕੀਤਾ ਇਹਨਾਂ ਨੇ, 24,772 ਕਰੋੜ ਇਹਨਾਂ ਨੇ ਆਪਣਾ ਜਿਹੜਾ ਰੰਗ ਰੋਗਨ ਲਾਇਆ, ਸੁਰਖੀ ਬਿੰਦੀ ਹੈ ਖਬਰ ਨੂੰ, ਉਹ ਇੱਥੇ ਕਿਤੇ ਨਹੀਂ ਸ਼ੋਅ ਹੁੰਦੀ ਹੈਗੀ। ਉਹ ਇਹਨਾਂ ਨੇ ਕੋਲੋਂ ਲਾਇਆ, ਉਹ ਝੂਠ ਆ। ਬੇਸਿਕਲੀ ਜਿਹੜੀ ਖਬਰ ਨਿਕਲ ਕੇ ਆਉਂਦੀ ਆ ਉਹ ਇਹ ਹੈਗੀ ਆ ਵੀ ਜਿਹੜੇ ਆ ਪਹਿਲੇ 3 ਮਹੀਨੇ ਸੀਗੇ ਇਹ ਸਾਲ ਦੇ, ਜਨਵਰੀ ਫਰਵਰੀ ਮਾਰਚ 31 ਤੱਕ, ਇਹ ਜਿਹੜਾ 24,000 ਸਮਥਿੰਗ ਕਰੋੜ 700 ਕਰੋੜ ਇਹਨਾਂ ਨੇ ਦਿਖਾਇਆ ਆ, ਬੇਸਿਕਲੀ ਇਹ 3 ਮਹੀਨਿਆਂ ਦੀ ਇਹ ਆਮਦਨ ਹੈ, ਜਿਹੜੀ ਕਿ ਇਹਨਾਂ ਨੇ ਜਿੱਥੋਂ ਇਹ ਝੂਠ ਇਹਨਾਂ ਦਾ ਇਹ ਬਣਦਾ ਆ ਵੀ ਇਹਨਾਂ ਨੇ 15 ਦਿਨਾਂ ਦੇ ਵਿੱਚ 24,700 ਕਰੋੜ ਦਾ ਜਿਹੜਾ ਹੈਗਾ ਆ ਉਹ ਆਪਣੇ ਕਰ ਇਕੱਠਾ ਕੀਤਾ। ਆਪਾਂ ਕਹ ਲਈਏ ਉਹਨੂੰ ਟੈਕਸ ਇਕੱਠਾ ਕੀਤਾ ਜੀ। 24,700 ਕਰੋੜ ਅਗਰ ਇਹ ਰਕਮ ਹੈਗੀ ਆ, ਹਾਲਾਂਕਿ ਇੱਥੇ ਕਿਤੇ ਨਹੀਂ ਬਣਦੀ ਇਹ ਰਕਮ। ये रकम ए साल के पहले 3 महीनों की रकम है। खबर पढ़ लो। सूबे में कोविड के 3 माह पहले घटाई गई पेट्रोल डीजल की कीमतों के बावजूद प्रदेश सरकार ने इस साल पहली बार आमदन के बजट अनुमान का लक्ष्य हासिल किया है। जिहड़ा लक्ष्य ने पिछले साल दे ने जिहड़ा तुहाडा कैलेंडर ईयर हुंदा है वो हुंदा है 1 जनवरी तो लैके 31 दिसंबर। एक जिहड़ा फाइनैंशियल ईयर हुंदा है वो हुंदा है 1 अप्रैल तो लैके 31 मार्च तक। सो जिहड़े ये डाटे हैगे ने ज़्यादा ये सारा डाटा पिछले साल का आ 1 अप्रैल 2021 तो लैके 31 मार्च 2022 तक जिहड़ा हुणे हफ्ता पहला लंघिया है। तो ये जिहड़ी खबर है 24,000 समथिंग ये पिछले 3 महीनों की टैक्स की वसूली है। आ हुण इंपॉर्टेंट बड़े चीज़ सूबे में कोविड और 3 माह पहले घटाई गई डीजल पेट्रोल की कीमतों के बावजूद ये सूबे दे विच नहीं घटाइयां गईयां। जिहड़ी डीजल पेट्रोल की कीमत हैगी आ वो मोदी ने घटाई सी। पहली गल खबर इत्थों गलत है मोदी क्योंकि जनवरी 7-8 ਨੂੰ ਚੋਣ ਜਾਬਤਾ ਲੱਗਿਆ ਸੀਗਾ जनवरी 7 ਜਾਂ 8 ਨੂੰ ਤੇ ਉਹ ਤੋਂ ਨਾਲ ਇਹਨਾਂ ਨੇ ਪੈਟਰੋਲ ਦੀ ਕੀਮਤ ਉਹ ਤੋਂ ਪਹਿਲਾਂ ਹੀ ਸੀ ਮੇਰਾ ਖਿਆਲ ਆ ਬਈ ਡੀਜ਼ਲ ਦੀ ਕੀਮਤ ਮੇਰਾ ਖਿਆਲ 10 ਰੁਪਏ ਲੀਟਰ ਘਟਾਤੀ ਸੀ ਤੇ ਪੈਟਰੋਲ ਦੀ 5 ਰੁਪਏ ਲੀਟਰ ਘਟਾਤੀ ਸੀ। ਠੀਕ ਹੈ ਜੀ। ਉਹ ਕਹਿੰਦੇ ਉਹਦੇ ਬਾਵਜੂਦ ਜਿਹੜਾ ਲਕਸ਼ ਪਿਛਲੇ साल ਦਾ ਆ बजट अनुमान का लक्ष्य पिछले साल का लक्ष्य है। सरकार द्वारा लगाए गए सभी तरह के करों में औसतन 30% आमदन बढ़ी है। मीनस ये जिहड़ा लक्ष्य सीगा ये पिछलियां सरकारां दा सीगा। मनप्रीत बादल का भी असी 20,000 करोड़ असी साडा हैगा आ जानी अनुमान भी सानू इत्थों इन्नी आमदन होगी। वो 20 की बजाय अगर 30% वध गई 20,000 करोड़ की 26,000 करोड़ होगी 30% वध के। ठीक है जी। ये चीज़ है। हुण इत्थे थल्ले पढ़ो होर डीजल पेट्रोल के दाम घटने के बावजूद वैट में इजाफे का मुख्य कारण। ठीक है जी। दाम घटने के बावजूद जिहड़ा आमदन वधी हैगी आ उसका मुख्य कारण ये रहा कि साल में पहले 9 महीनों तक इन दोनों पेट्रोलियम पदार्थों के दाम सूबे में बाकी राज्यों से ज़्यादा रहे। लो जी ये पहले 9 महीने ने 1 अप्रैल तो लैके 31 दिसंबर तक जो एक क्वार्टर हुंदा है जो इकोनॉमी दे विच आपां कंसिडर करते हैं 3-3 महीनों के जिहड़े यानी कि
4 ਹਿੱਸੇ ਹੁੰਦੇ ਨੇ ਕੁਆਟਰ, 3 ਮਹੀਨਿਆਂ ਦਾ ਇੱਕ ਕੁਆਟਰ, 6 ਦੂਜਾ ਕੁਆਟਰ ਅੱਧ ਹੋ ਗਿਆ ਸਾਲ ਦਾ, ਤੀਜਾ ਹੋ ਗਿਆ 3/4 ਤੇ ਚੌਥਾ ਹੋ ਗਿਆ ਆ ਜਿਹੜਾ ਜਨਵਰੀ ਤੋਂ ਲੈ ਕੇ ਤੇ ਮਾਰਚ 31 ਤੱਕ। ਠੀਕ ਹੈ ਜੀ। ਪੰਜਾਬ ਦੇ ਵਿੱਚ ਬੇਸ਼ੱਕ ਮੋਦੀ ਨੇ ਘਟਾ ਵੀ ਦਿੱਤੇ ਸੀਗੇ, ਜਿਹੜਾ ਡੀਜ਼ਲ ਪੈਟਰੋਲ ਦੇ ਉੱਤੇ ਟੈਕਸ ਘਟਾਏ ਸੀ ਨੇ ਚੋਣਾਂ ਜਿੱਤਣ ਵਾਸਤੇ, ਉਹਦਾ ਫਾਇਦਾ ਵੀ ਹੋਇਆ ਇਹਨੂੰ, ਪਰ ਕਿਉਂਕਿ ਇਹਦੇ ਵਿੱਚ ਆਮਦਨ ਜਿਹੜੀ ਅੰਦਾਜ਼ੇ ਨਾਲੋਂ ਵਧੀ ਕਿਉਂ ਆ, क्योंकि बाकी सूबे नालों पेट्रोलियम पदार्थ के दाम सूबे में बाकी राज्यों से ज़्यादा रहे। तो पिछले साल मार्च में 1121 करोड़ रुपए की आमदन हुई, जो इस महीने 1345 करोड़ की आमदन हुई। ठीक है जी। हुणे ने पिछले साल का मार्च डीजल पेट्रोल के उत्ते, तो यह साल का मार्च है जिहड़ा 2022 का। 2022 मार्च के विच भगवंत मान ने तो डीजल पेट्रोल के उत्ते तो कीता ही कख नहींगा, ना इन्हां ने टैक्स वधाया डीजल पेट्रोल ते ना घटाया। केंद्र सरकार ने जरूर वधाता, 80 पैसे रोज़ ਦੇ विकास हो रहा डीजल ਤੇ ਪੈਟਰੋਲ ਦਾ। ਨਤੀਜੇ ਆਏ ਨੇ 10 ਤਰੀਕ ਨੂੰ, 10 ਮਾਰਚ ਨੂੰ, ਤੇ ਇਹਨੇ ਪੈਟਰੋਲ ਦੇ ਭਾਅ ਵਧਾਉਣੇ 22-23 ਮਾਰਚ ਤੋਂ ਸ਼ੁਰੂ ਕਰਤੇ ਨੇ। 22-23 ਮਾਰਚ ਤੋਂ ਬਾਅਦ ਜਦੋਂ ਤੁਹਾਡਾ ਕੇਂਦਰ ਸਰਕਾਰ ਭਾਅ ਵਧਾਉਂਦੀ ਹੈ ਤੇ ਉਹਦੇ ਕੁਝ ਇੱਕ ਪਰਸੈਂਟੇਜ ਸੂਬਾ ਸਰਕਾਰ ਦੀ ਆਟੋਮੈਟਿਕਲੀ ਵੱਧ ਜਾਂਦਾ ਹੈ। ਜਾਣੀ ਇਹ ਜਿਹੜੇ ਫੀਤੇ ਲਾਏ ਜਾ ਰਹੇ ਨੇ ਭਗਵੰਤ ਮਾਨ ਦੇ ਟੋਟਲੀ ਝੂਠ ਹੈਗਾ ਆ। ਹੁਣ ਅੱਗੇ ਆ ਜਾਓ। बजट में सरकार ने 6 करोड़ नहीं 6027 करोड़ का अनुमान लगाया था। जिहड़ा अनुमान सीगा बजट, ये मनप्रीत बादल के टाइम का अनुमान है, पिछले साल का अनुमान लाया सीगा 6027 करोड़ का, पर पैसे आ गए। लेकिन इस साल वैट से सरकार को 7533 करोड़, यानी कि आप 7534 करोड़ ला लिए, मिल गए। 15 दिन नहीं मिले, भगवंत मान ने पूरे साल च मिले ने, बेवकूफ़ बना रहे हैं। शराब पे आ जाइए। सरकार ने शराब की बिक्री में भी आमदन का 7002 करोड़ रुपए का अनुमान लगाया था और इतनी राशि जुटा ली गई है। जिन्ना अनुमान लाया सीगा शराब की उन्नी ही राशि, यानी कि जिन्ना सोचा सीगा आइडियल आमदन भी इन्नी सानू आमदन होगी। हालांकि पिछले साल ये लक्ष्य हासिल नहीं हुआ था। जिहड़ा पिछला साल मतलब हो गया 31 मार्च 2021, ਉਹ ਤੋਂ ਪਹਿਲਾਂ ਜਾਣਾ ਤੁਸੀਂ 2020 ਦੇ ਵਿੱਚ 1 ਅਪ੍ਰੈਲ 2020 ਤੋਂ ਲੈ ਕੇ ਤੇ 31 ਮਾਰਚ 2021 ਤੱਕ ਜਿਹੜਾ ਸ਼ਰਾਬ ਦਾ ਲਕਸ਼ ਸੀਗਾ, ਲਕਸ਼ ਸੋਚਿਆ ਸੀ ਮਨਪ੍ਰੀਤ ਬਾਦਲ ਨੇ 6250 ਕਰੋੜ ਤੇ ਇਕੱਠਾ ਹੋਇਆ ਸੀਗਾ 5795 ਕਰੋੜ ਸੀਗਾ। 500-600 ਕਰੋੜ ਦਾ ਉਹਨੇ ਲਕਸ਼ ਜਿਹੜਾ ਵੱਧ ਲਾਤਾ ਸੀਗਾ ਜਿੰਨਾ ਕਿ ਹੋਇਆ। ਤੇ ਇਸ ਵਾਰੀ ਉਹਨੇ ਜਿੰਨਾ ਇਹਦੇ ਵਿੱਚ ਯਾਨੀ ਮਾਨ ਸਰਕਾਰ ਦਾ ਕੁਝ ਵੀ ਨਹੀਂ ਹੈਗਾ। ਝੂਠ ਬੋਲਿਆ ਜਾ ਰਿਹਾ, ਰੱਜ ਕੇ ਝੂਠ ਬੋਲੋ, ਭੰਗੜੇ ਪਾਏ ਜਾ ਰਹੇ ਨੇ। ਮੈਨੂੰ ਤਾਂ ਮੈਂ ਇਹਨਾਂ ਦੀ ਐਡ ਤੇ ਆਵਾਂ, ਹੁਣ ਜਿਹੜੀ ਇਹਨਾਂ ਦੀ ਐਡ ਲਾਈ ਨਹੀਂ, ਬੇਵਕੂਫ ਯਾਰ ਤੁਸੀਂ ਲੋਕਾਂ ਨੂੰ ਬਣਦੇ ਨੇ। ਖੈਰ ਜਿਹੜੇ ਮੇਰੇ ਰਿਸ਼ਤੇਦਾਰ ਹੀ ਆ ਜਿਹਨਾਂ ਨੇ ਭੇਜਿਆ ਆ, ਪੜ੍ਹੇ ਲਿਖੇ ਵੀ ਹੈਗੇ ਨੇ, ਭਗਤ ਨੇ ਆਮ ਆਦਮੀ ਪਾਰਟੀ ਦੇ, ਸਾਡੀ ਵੈਸਾ ਵਸਾਈ ਵੀ ਹੋਈ ਹੈ ਪਿੱਛੇ ਜੇ। ਜਾਣੀ ਕਿ ਬੇਵਕੂਫ ਤੁਸੀਂ ਸਾਰਿਆਂ ਨੂੰ ਨਾ ਬੇਵਕੂਫ ਸਮਝੋ, ਤੁਸੀਂ ਆਪ ਬਣਨਾ, ਮੈਂ ਕਹਿੰਦਾ ਬਣੋ, ਕੋਈ ਦਿੱਕਤ ਨਹੀਂ ਗੀ, ਕੋਈ ਦਿੱਕਤ ਨਹੀਂ ਗੀ, ਬਣਨਾ ਬਣੋ, ਪਰ ਸਾਰੇ ਬੇਵਕੂਫ ਨਹੀਂ ਹੁੰਦੇ। ਖਬਰ ਵੀ ਥੋੜੀ ਜਿਹੀ ਗੜਬੜਿਆ। ਮੈਂ ਦੁਬਾਰਾ ਫੇਰ ਖਬਰ ਦੇ ਉੱਤੇ ਆ ਕੇ ਤੇ ਇਹਨੂੰ ਕੁਛ ਨਹੀਂ ਹੈਗਾ, ਯਾਨੀ ਝੂਠ ਆ ਨਿਰਾ ਬਾਈ ਜੀ। ਇਹੀ ਕੁਛ ਹੋਣਾ ਅਗਲੇ 5 ਸਾਲ ਤੇ, ਇਹੀ ਕੁਛ ਆਪਾਂ ਕਰਦੇ ਰਹਿਣਾ ਹੈ। ਇਹ ਹੁੰਦੀ ਹੈ ਇਮਾਨਦਾਰ, ਕੋਈ ਇਮਾਨਦਾਰੀ ਵਾਲੀ ਗੱਲ ਨਹੀਂ ਹੈਗੀ। ਇਹ ਤਾਂ ਲੋਕਾਂ ਦੀ ਇਮਾਨਦਾਰੀ ਹੈ। ਨਾਲੇ ਅਗਰ ਟੈਕਸ ਦਿੱਤਾ ਆ, ਭਗਵੰਤ ਮਾਨ ਨੇ ਮੈਨੂੰ ਦੱਸੋ ਕਿ ਕਿਹੜਾ ਇਹਦੇ ਫਾਈਨੈਂਸ ਮਿਨਿਸਟਰ ਨੇ ਨਵਾਂ ਸਿਸਟਮ ਲੈ ਆਂਦਾ ਜਿਹਦੇ ਨਾਲ ਲੋਕਾਂ ਨੇ ਇਮਾਨਦਾਰੀ ਨਾਲ ਟੈਕਸ ਦੇਣਾ ਸ਼ੁਰੂ ਕਰਤਾ। ਥੋਪਿਆ ਹੋਇਆ ਤੁਸੀਂ ਟੈਕਸ ਲੋਕਾਂ ਦੇ ਉੱਤੇ। ਡੀਜ਼ਲ ਪੈਟਰੋਲ ਦੇ ਤੁਸੀਂ ਟੈਕਸ ਬਚਾ ਹੀ ਨਹੀਂ ਸਕਦੇ। ਹਾਂ, ਤੂੰ ਇਨਕਮ ਟੈਕਸ, ਜੇ ਤੂੰ ਆਮਦਨ ਵਧਾਉਣੀ ਹੈ ਨਾ, ਲੈ ਮੈਂ ਦੱਸ ਦਿੰਦਾ ਹੁਣ ਇਹਨੂੰ। ਭਗਵੰਤ ਇਹ ਤਾਂ ਚੱਲ ਹੈ ਹੈਗੀ, ਇਹਨੇ BCom ਇਹਨੇ ਲਿਆ ਸੀਗਾ ਭਗਵੰਤ ਮਾਨ ਦੀ, ਜਿਹੜੀ ਮੈਂ ਐਜੂਕੇਸ਼ਨ ਦੱਸ ਦਿੰਦਾ ਆ। ਕਿਉਂਕਿ ਜਦੋਂ ਇਹਨੂੰ ਮੈਂ ਪਹਿਲੀ ਵਾਰੀ ਉਹ ਮਿਲਿਆ, ਕਿਸੇ ਜਿਹਦੇ ਘਰ ਮਿਲਿਆ ਸੀਗਾ, ਮੇਰਾ ਸਾਡੀ ਫੈਮਿਲੀ ਫਰੈਂਡ ਸੀ, ਉਹ ਆਂਟੀ ਨੇ ਇਹਨੂੰ ਪੁੱਛ ਲਿਆ। ਇਹ 15-16 ਫਰਵਰੀ 2014 ਦੀ ਗੱਲ ਹੈ ਵੀ ਭਗਵੰਤ ਤੂੰ, ਉਹ ਆਂਟੀ ਖੈਰ ਉਹਨਾਂ ਦੀ ਉਮਰ ਹੋਣੀ ਆ ਉਸ ਵੇਲੇ 60 ਸਾਲ ਦੀ, ਭਗਵੰਤ ਤੂੰ ਪੜ੍ਹਿਆ ਕਿੰਨਾ ਗਿਆ? ਤੇ ਇਹ ਚੰਡੀਗੜ੍ਹ 52 ਸੈਕਟਰ ਦੀ ਗੱਲ ਹੈ। ਇਹ ਕਹਿੰਦਾ ਮੈਂ BCom ਕੀਤੀ ਹੈ ਜੀ, BCom। ਤੇ ਖੈਰ ਮੈਂ ਉਦੋਂ ਜ਼ਿਆਦਾ ਨੋਟਿਸ ਨਹੀਂ ਕੀਤਾ, ਤੇ ਮੁੜ ਕੇ ਜਦੋਂ ਪੜ੍ਹਾਈ ਦਾ ਮਸਲਾ ਜਿਹਾ ਮੈਨੂੰ ਲੱਗਿਆ ਵੀ ਚੈੱਕ ਕਰਨਾ ਚਾਹੀਦਾ ਵੀ ਇਹਨੇ BCom ਕੀਤੀ ਹੈ ਕਿ ਨਹੀਂ, ਮੈਂ ਕਹ ਲਓ ਵੀ ਸਾਲ 6 ਮਹੀਨੇ ਬਾਅਦ ਉਹ ਚੈੱਕ ਕੀਤਾ। ਇਹ ਚਲੋ ਇਹਨੇ ਜਿਹੜਾ ਹੁੰਦਾ 11ਵੀਂ 12ਵੀਂ ਦੇ ਵਿੱਚ ਲਿਆ ਸੀ ਇਹਨੇ ਕਾਮਰਸ, ਤੇ ਅੱਗੋਂ ਲਈ ਸੀਗੀ ਇਹਨੇ BCom, ਤੇ ਉਹ ਪਹਿਲਾ ਸਾਲ ਇਹ ਫੇਲ ਹੋ ਗਿਆ ਸੀ, ਯਾਨੀ ਉਹ ਮੁੜ ਕੇ ਚੱਲਿਆ ਹੀ ਨਹੀਂ ਕੰਮ। ਫਿਰ ਵੀ ਥੋੜ੍ਹੇ ਬਹੁਤ ਇਕਨੋਮਿਕਸ ਇਹਨੂੰ ਆਉਂਦੇ ਹੋਣਗੇ ਤਾਂ ਆਮ ਗੱਲਾਂ ਨੇ। ਹੁਣ ਤੂੰ ਇਹ ਅਗਰ ਮਾਨ ਨੇ ਆਮਦਨ ਵਧਾਉਣੀ ਹੈ ਨਾ, ਇਹ ਤਾਂ ਤੁਹਾਡਾ ਸੇਲਸ ਟੈਕਸ ਆ, ਇਹਦੇ 'ਚ ਵੀ ਖੈਰ ਬਹੁਤ ਜ਼ਿਆਦਾ ਲੁੱਟ ਹੁੰਦੀ ਹੈ। ਮੈਂ ਨਹੀਂ ਕਹਿੰਦਾ ਸੇਲ ਟੈਕਸ ਲੋਕੀ ਪੂਰੀ ਇਮਾਨਦਾਰੀ ਨਾਲ ਦਿੰਦੇ ਨੇ। ਇਹ ਤਾਂ ਗੱਲ ਇਹ ਹੈ ਵੀ ਡੀਜ਼ਲ ਪੈਟਰੋਲ ਤੇ ਤੁਸੀਂ ਉਹਨੂੰ ਬਚਾ ਹੀ ਨਹੀਂ ਸਕਦੇ ਹੈਗੇ, ਵੀ ਤੁਹਾਨੂੰ ਦੇਣਾ ਹੀ ਪੈਣਾ ਹੈ। ਠੀਕ ਹੈ, ਬਿਜਲੀ ਚੋਰੀ ਹੁੰਦੀ ਹੈ, ਤੁਸੀਂ ਉੱਥੇ ਬਚਾਓ। ਜਿਹੜੀ ਤੇਰੀ ਐਗਰੀਕਲਚਰਲ ਹੈ, ਮਾਨਾ ਸੁਣ, ਤੇਰਾ ਫਾਈਨੈਂਸ ਮਿਨਿਸਟਰ ਨਾਲੇ ਉਹ, ਪਰ ਚਲੋ ਵਕੀਲ ਆ ਵਿਚਾਰਾ ਉਹ, ਮੈਂ ਉਹਦੇ ਖਿਲਾਫ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ। ਤੁਸੀਂ ਆਮਦਨ ਵਧਾਉਣੀ ਆ ਐਗਰੀਕਲਚਰ ਦੇ ਉੱਤੇ,
ਜਿਹੜਾ ਹੈਗਾ ਆ, ਜਿਹੜੇ ਧਨਾੜ ਨੇ ਕਿਸਾਨ, ਐਗਰੀਕਲਚਰ ਆਮਦਨ ਦੇ ਉੱਤੇ ਟੈਕਸ ਲਾਓ। ਪੰਜਾਬ ਦੀ 50 ਜਿਹੜੀ 60-70 ਹਜ਼ਾਰ ਕਰੋੜ ਦੀ ਐਗਰੀਕਲਚਰ ਦੀ ਜਿਹੜੀ GDP ਹੈ, 60-70 ਹਜ਼ਾਰ ਕਰੋੜ ਵੱਧੇ ਹੋਣੀ ਹੈ 70 ਤੋਂ, ਕਿਉਂਕਿ 65 ਹਜ਼ਾਰ ਕਰੋੜ ਦੀ ਤਾਂ ਕਣਕ ਝੋਨਾ ਬਣ ਜਾਂਦਾ ਹੈ ਸਾਲ ਦਾ। ਇਹ ਤੋਂ ਇਲਾਵਾ ਮੱਕੀ ਵੀ ਹੁੰਦੀ ਆ, ਹੋਰ ਹਰਾ ਚਾਰਾ ਕਹਿ ਲਓ ਤੁਸੀਂ, ਥੋੜ੍ਹੀਆਂ ਬਹੁਤ ਦਾਲਾਂ ਵੀ ਹੋਣਗੀਆਂ, ਕਾਟਨ ਵੀ ਹੁੰਦੀ ਹੈ ਇੱਧਰ ਬਠਿੰਡੇ ਵਾਲੀ ਸਾਈਡ ਦੇ ਉੱਤੇ, ਫਿਰੋਜ਼ਪੁਰ। ਸੋ ਮੈਂ 80,000 ਕਰੋੜ ਲਾਵਾਂ, ਉਹਦੇ 'ਤੇ ਕੋਈ ਟੈਕਸ ਨਹੀਂ ਗਾ। ਉਹਦੇ 'ਤੇ ਟੈਕਸ ਲਾਓ ਵੀ ਜਿਹੜੀ ਤੁਹਾਡੀ ਖੇਤੀ ਦੀ ਆਮਦਨ ਆ, ਉਹਦੇ 'ਤੇ ਪਹਿਲਾਂ 3 ਲੱਖ ਦੇ ਉੱਤੇ ਕੋਈ ਆਮਦਨ, ਉਹਦੇ 'ਤੇ ਨਾ ਟੈਕਸ ਲਾਓ। ਹੁਣ 3 ਲੱਖ ਦੇ ਵਿੱਚ, ਚਲੋ ਇਹਦੇ 'ਤੇ ਮੈਂ ਦੁਬਾਰਾ ਵੀਡੀਓ ਕਿਸੇ ਹੋਰ ਤਰੀਕੇ ਨਾਲ ਬਣਾ ਕੇ ਪਾਊਂਗਾ, ਟੈਕਸ ਲੱਗਣ ਦੀ ਜ਼ਰੂਰਤ ਹੈਗੀ ਆ, ਪਰ ਇਹ ਬਿਲਕੁਲ ਝੂਠ, ਸ਼ਰੇਆਮ ਝੂਠ ਬੋਲਿਆ ਜਾ ਰਿਹਾ। ਜਿਹੜੇ ਵੀ ਇਹਨਾਂ ਦੀ ਟੀਮ ਆ ਇੱਥੇ ਥੱਲੇ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ। ਆ ਦੇਖੋ, ਮੈਂ ਲੈ ਕੇ ਆਵਾਂ ਇਹਨਾਂ ਨੂੰ, ਬੇਵਕੂਫ ਬਣਾ ਰਹੇ ਨੇ। ਕੋਈ ਚੋਪੜਾ ਰਾਜ ਹੈਗਾ ਆ, ਮਾਨ ਸਾਹਿਬ ਗੱਲ ਨਿਯਤ ਦੀ ਹੈ ਤੇ ਲੋਕਾਂ ਨੇ ਖੁਸ਼ੀ ਟੈਕਸ ਦੇਣਗੇ, ਕਿਆ ਬਾਤ ਹੈ ਜੀ। ਆਹ ਪੋਸਟ ਕਾਫੀ ਵਧੀਆ ਸੀ ਮਨਦੀਪ ਸ਼ਰਮਾ ਜੀ ਉਹਨਾਂ ਦੀ ਵੀ। ਇਹ ਦਿਸ ਡਜ਼ਨਟ ਸਾਊਂਡ ਰਾਈਟ ਇਫ ਦੇ ਸੇਵਡ 24,000। ਸੇਵ ਨਹੀਂ ਮੀਨਸ ਜਿਹੜਾ ਟੈਕਸ ਵਸੂਲਿਆ 24,000 ਜੇ 15 ਦਿਨਾਂ 'ਚ ਇਹਨਾਂ ਨੇ ਇਕੱਠਾ ਕਰ ਲਿਆ ਤਾਂ 6 ਜਿਹੜਾ ਮੈਂ ਉਹ ਫਿਗਰ ਦਿੱਤੀ ਹੈਗੀ ਹੈ ਵੀ 6 ਲੱਖ ਕਰੋੜ ਸਾਲ ਦਾ ਬਣ ਜਾਊਗਾ। ਤੇ ਪੰਜਾਬ ਵਿੱਚ ਸੁਨਹਿਰੀ ਭਵਿੱਖ ਦੀ ਸ਼ੁਰੂਆਤ, ਕਰਮਜੀਤ ਨਾਂ ਦਾ ਕੋਈ ਹੈਗਾ ਸ਼ਖਸ। ਤੇ ਆ ਗਿਆ ਮੈਰੀਟੋਰੀਅਸ ਸਕੂਲਾਂ ਦੇ ਨਾਲ ਇਹ ਵੀ ਗੱਲਬਾਤ ਕਰੋ ਜੀ। ਇਹ ਤਾਂ ਠੀਕ ਆ ਸਰ ਜੀ, ਪਰ ਲੋਕਾਂ ਨੇ ਆ ਵੀ ਖਬਰ ਥੋੜੀ ਜਿਹੀ ਠੀਕ ਹੈ। ਬਮਰਾ ਸਾਹਿਬ ਨੇ ਦਿਸ ਅਮਾਊਂਟ ਇਜ਼ ਆਫ ਕੁਆਟਰ 2022, ਯਾਨੀ 2022 ਦੇ ਆਖਰੀ ਕੁਆਟਰ ਦੀ ਹੈਗੀ ਆ ਇਹ ਫਿਗਰ, ਜਿਹੜੀ ਕਿ ਤੁਸੀਂ 15 ਦਿਨਾਂ ਦੀ ਬਣਾ ਕੇ ਪੇਸ਼ ਕਰਤੀ ਹੈ। ਤੇ ਰਿਕਾਰਡ ਕਾਇਮ, ਕੋਈ ਆ ਤਾਂ ਜਮਾਂ ਹੀ ਝੂਠ ਹੈ ਨਾ ਵੀ ਭਗਵੰਤ ਮਾਨ ਦੀ ਸਰਕਾਰ ਨੇ 24,772 ਕਰੋੜ ਦਾ ਟੈਕਸ, ਇਹ ਇੰਸਟਰਕਸ਼ਨਸ ਵੀ ਇਹਦੀਆਂ ਗਈਆਂ ਹੋਣੀਆਂ ਨੇ। ਮੈਨੂੰ ਪੱਕਾ ਪਤਾ, ਛਾਤਰ ਬਹੁਤ ਹੈ ਭਗਵੰਤ ਮਾਨ ਜਾਣੀ, ਜਿਹੜੇ ਇਹਦੇ ਨੇੜੇ ਹੋ ਕੇ ਵਿਚਰਦੇ ਨੇ ਨਾ। ਇੱਕ ਇਹਦਾ ਮਿੱਤਰ ਆ ਉਹ ਕਿਹੜਾ ਕਰਮਜੀਤ ਸਤੌਜ, ਕਿਹੜਾ ਉਹ ਇਹਨੂੰ ਸਾਰਾ ਸਾਲ 5 ਸਾਲ ਜਦੋਂ ਦਾ ਇਹ MP ਬਣਿਆ ਇਹਦੇ ਖਿਲਾਫ ਲਿਖਦਾ ਰਿਹਾ। ਤੇ ਮੁੜ ਕੇ ਜਦੋਂ ਸਹੁੰ ਚੁੱਕਣ ਦੀ ਵਾਰੀ ਆਈ ਇਹਦੀ ਭਗਵੰਤ ਮਾਨ ਦੀ, ਤੇ ਉਦੋਂ ਕਹਿੰਦਾ ਮੈਂ ਵੀ ਜਾਊਂਗਾ ਉੱਥੇ। ਤੇ ਫੇਰ ਕੀ ਹੋ ਗਿਆ, ਇਹ ਮੁੱਖ ਮੰਤਰੀ ਬੰਦਾ ਹੀ ਹੈ ਯਾਰ, ਬੰਦਾ ਹੀ ਆ ਵੀ। ਯਾਨੀ ਜਿਹੜੀਆਂ ਗਲਤੀਆਂ ਨੇ, ਗਲਤੀਆਂ ਤਾਂ ਹੈ ਹੀ ਨੇ। ਰਿਕਾਰਡ ਤੋੜ ਟੈਕਸ ਵਸੂਲਿਆ, ਤਾਂ ਖਾਈ ਰਿਕਾਰਡ ਤੋੜ ਟੈਕਸ ਵਸੂਲਿਆ ਇਹਨਾਂ ਨੇ। ਝੂਠ ਆ ਬਾਈ ਜੀ, ਤੇ ਬਚ ਕੇ ਰਹੋ ਇਹਨਾਂ ਦੇ ਝੂਠ ਤੋਂ। ਉਹ ਕਹਿੰਦਾ ਨਾਈਆ ਵਾਲ ਕਿੰਨੇ ਆਪਣੇ ਬੰਦਾ ਜਿਹੜਾ ਕਟਾ ਰਿਹਾ ਹੁੰਦਾ, ਕਹਿੰਦਾ ਖੜ ਜਾ ਜਜਮਾਨਾ, ਥੋੜੀ ਦੇਰ 10 ਮਿੰਟ ਖੜ, ਤੇਰੇ ਸਾਹਮਣੇ ਆ ਜਾਣੇ ਆ। ਆਹ ਨੋਟ ਦੇ ਉੱਤੇ ਮੈਂ ਗੱਲ ਆਪਣੀ ਫਿਨਿਸ਼ ਕਰੂੰਗਾ। ਕੈਪਟਨ ਨੇ 5 ਸਾਲ ਦੇ ਆਪਣੇ ਕਾਰਜਕਾਲ ਦੇ ਦੌਰਾਨ 2017 ਤੋਂ ਲੈ ਕੇ 22 ਤੱਕ ਪੂਰਾ 1 ਲੱਖ ਕਰੋੜ ਦਾ ਕਰਜ਼ਾ ਇਹਨੇ ਵਧਾਇਆ ਸੂਬੇ ਸਿਰ। ਜਦੋਂ ਸ਼ੁਰੂ ਹੋਇਆ ਸੀ ਕੈਪਟਨ 1,82,000 ਕਰੋੜ ਦੀ ਰਕਮ ਸੀਗੀ ਜਿਹੜੀ ਕਰਜ਼ਾ ਸੀ ਪੰਜਾਬ ਤੇ 2,82,000 ਕਰੋੜ ਦੀ ਰਕਮ ਹੈ ਜਿਹੜੀ ਇਹ ਛੱਡ ਕੇ ਗਿਆ ਕੈਪਟਨ ਹੁਣ, ਯਾਨੀ ਸਾਲ ਦਾ ਐਵਰੇਜ 20,000 ਕਰੋੜ। ਹੁਣ 2,82,000 ਕਰੋੜ ਤੋਂ 1 ਸਾਲ 'ਚ ਪਤਾ ਲੱਗ ਜਾਣਾ ਵੀ ਭਗਵੰਤ ਮਾਨ ਆਮਦਨ ਘਟਾਉਂਦਾ, ਵਧਾਉਂਦਾ, ਲੋਨ ਲੈਂਦਾ, ਕੀ ਕਰਦਾ, ਵੀ ਇਹ ਕਰਜ਼ਾ ਕਿੰਨਾ ਵੱਧਦਾ ਹੈ। 2,82,000 ਕਰੋੜ ਤੋਂ ਜਾਨੀ ਜੇ ਮੈਂ ਕੈਪਟਨ ਵਾਲੀ ਔਸਤ ਲਾਵਾਂ, ਇਨਫਲੇਸ਼ਨ ਵੀ ਪਾ ਲਵਾਂ, ਤਾਂ 3,05,000 3,10,000 ਦੇ ਨੇੜੇ ਤੇੜੇ ਇਹ ਕਰਜ਼ਾ ਪੰਜਾਬ ਦੇ ਸਿਰ ਹੋਊਗਾ ਅਗਲੇ ਸਾਲ, ਅਗਰ ਭਗਵੰਤ ਮਾਨ ਨੇ ਉਹੀ ਕੰਮ ਕੀਤੇ ਜਿਹੜੇ ਪੁਰਾਣੀਆਂ ਸਰਕਾਰਾਂ ਕਰਦੀਆਂ ਰਹੀਆਂ ਨੇ। ਅਗਰ ਚੰਗਾ ਕੀਤਾ ਇਹਨੇ ਤਾਂ ਮੈਂ ਕਹੂੰਗਾ ਵੀ 20,000 ਕਰੋੜ ਦੀ ਬਜਾਏ ਅਗਰ 15,000 ਕਰੋੜ ਕਰਜ਼ਾ ਹੀ ਵਧੀਆ ਸਾਲ ਦਾ, ਤੇ ਭਗਵੰਤ ਮਾਨ ਸਰਕਾਰ ਦੀ ਫਾਈਨੈਂਸ ਮਿਨਿਸਟਰ ਦੀ ਚੀਮੇ ਦੀ ਇਹ ਕੋਈ ਨਾ ਕੋਈ ਪ੍ਰਾਪਤੀ ਹੋਊਗੀ। ਓਕੇ ਦੋਸਤੋ, ਬਹੁਤ ਬਹੁਤ ਧੰਨਵਾਦ। ਇਹਨਾਂ ਤੇ ਵੀਡੀਓਜ਼ ਮੇਰੀਆਂ ਲਗਾਤਾਰ ਆਉਣੀਆਂ ਨੇ ਔਰ ਤੱਥਾਂ ਦੇ ਆਧਾਰਿਤ ਹੋਣਗੀਆਂ। ਜਿੱਥੇ ਕੋਈ ਗਲਤ ਹੋਊਗਾ ਉਹ ਪੇਸ਼ ਕਰ ਦਿਓ ਵੀ ਤੂੰ ਆਹ ਤੱਥ ਗਲਤ ਦਿੱਤਾ ਹੈ, ਤੇ ਮੈਂ ਉਹਨੂੰ ਮੰਨੂਗਾ ਵੀ ਤੇ ਸੁਧਾਰ ਵੀ ਕਰੂੰਗਾ। ਓਕੇ ਦੋਸਤੋ, ਬਹੁਤ ਬਹੁਤ ਧੰਨਵਾਦ।